ਅੱਜ ਆਓ ਅਸੀਂ ਸਵਰਗ ਜਾਣ ਦਾ ਸਰਟੀਫਿਕੇਟ ਇਸ ਵਿਸ਼ੇ ਦੇ ਅਧੀਨ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਮੈਨੂੰ ਮਲਕੀਸੇਦਕ ਪ੍ਰਕਾਸ਼ਨ ਕੰਪਨੀ ਦੁਆਰਾ ਪ੍ਰਕਾਸ਼ਿਤ ਲੇਖ ਅਤੇ ਵਿਸ਼ਵਾਸ ਨਾਮ ਦੀ ਪੁਸਤਕ ਨਾਲ ਇੱਕ ਅੰਸ਼ ਪੜ੍ਹਨ ਦਿਓ। ਇੱਕ ਇਸਤਰੀ ਨੇ ਵਿਆਹ ਕੀਤਾ ਅਤੇ ਉਸ ਦੇ ਬੱਚੇ ਹੋਏ। ਬੱਚਿਆਂ ਨੂੰ ਪਾਲਦੇ ਹੋਏ ਉਸ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਈ ਹੋਵੇਗੀ। ਮੈਂ ਹੁਣ ਤੋਂ ਇਹਨਾਂ ਸਾਰੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਿਵੇਂ ਕਰ ਸਕਦੀ ਹਾਂ? ਇੱਕ ਮੁਸ਼ਕਿਲ ਘੜੀ ਨੂੰ ਮੈਂ ਕਿਵੇਂ ਸਹਿ ਸਕਾਂਗੀ? ਮੈਂ ਆਪਣੇ ਬੁਢਾਪੇ ਵਿੱਚ ਕਿਸ ਪ੍ਰਕਾਰ ਦਾ ਜੀਵਨ ਜਿਊਂਗੀ? ਅਨੇਕ ਗੱਲਾਂ ਦੀ ਚਿੰਤਾ ਕਰਦੇ ਹੋਏ ਉਹ ਇਹ ਸੋਚਣ ਲੱਗੀ, ਜੇਕਰ ਮੈਂ ਬਹੁਤ ਸਾਰੇ ਸਰਟੀਫਿਕੇਟ ਪਾਵਾਂ ਤਾਂ ਮੈਂ ਆਪਣੇ ਬੁਢਾਪੇ ਵਿੱਚ ਵੀ ਬਿਨਾਂ ਕਿਸੇ ਮੁਸ਼ਕਿਲ ਦੇ ਜੀ ਸਕਾਂਗੀ। ਇਸ ਵਿਚਾਰ ਨਾਲ ਉਸਨੇ ਸਰਟੀਫਿਕੇਟ ਪਾਉਣ ਦੇ ਲਈ ਖੁਦ ਨੂੰ ਸਮਰਪਿਤ ਕੀਤਾ। ਸਾਡੇ ਚਰਚ ਵਿੱਚ ਆਉਣ ਤੋਂ ਪਹਿਲਾਂ ਉਹ ਇਸ ਤਰ੍ਹਾਂ ਜਿਉਂਦੀ ਸੀ। ਸਭ ਤੋਂ ਬੁਨਿਆਦੀ ਯੋਗਤਾ ਤੋਂ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਉਸਨੇ ਡਰਾਈਵਿੰਗ ਲਾਇਸੈਂਸ ਹਾਸਿਲ ਕੀਤਾ। ਉਸ ਤੋਂ ਬਾਅਦ ਉਸਨੇ ਪੱਛਮੀ ਸ਼ੈਲੀ ਦੇ ਪਕਵਾਨਾਂ ਦੇ ਲਈ ਲਾਇਸੈਂਸ ਪ੍ਰਾਪਤ ਕਰਨ ਲਈ ਸਖਤ ਮਿਹਨਤ ਕੀਤੀ। ਅਗਲਾ ਉਸਨੇ ਆਪਣੇ ਬ੍ਰੋਕਰ ਲਾਇਸੈਂਸ ਅਤੇ ਚਾਈਲਡ ਕੇਅਰ ਦੇ ਲਈ ਸਰਟੀਫਿਕੇਟ ਮਿਲਿਆ। ਜੇਕਰ ਇਸ ਤਰ੍ਹਾਂ ਦਾ ਕੋਈ ਸਰਟੀਫਿਕੇਟ ਹੁੰਦਾ ਜਿਸ ਨੂੰ ਉਹ ਪਾਉਣ ਦੀ ਚੁਣੌਤੀ ਲੈ ਸਕਦੀ ਤਾਂ ਉਹ ਸਖਤ ਮਿਹਨਤ ਨਾਲ ਪੜ੍ਹਾਈ ਕਰਕੇ ਪ੍ਰਾਪਤ ਕਰਦੀ ਸੀ। ਜਦੋਂ ਕਦੀ ਉਸਨੇ ਸਰਟੀਫਿਕੇਟ ਪ੍ਰਾਪਤ ਕੀਤਾ, ਉਸਦੇ ਪਤੀ ਨੇ ਉਸਦੇ ਪ੍ਰਤੀ ਦੁੱਖ ਮਹਿਸੂਸ ਕਰਕੇ ਕਿਹਾ, ਜਦੋਂ ਤੁਸੀਂ ਮਰ ਜਾਓਗੇ ਤਦ ਕੀ ਇਹ ਸਭ ਕੁਝ ਲੈ ਜਾਓਗੇ? ਉਹ ਇਸ ਤਰ੍ਹਾਂ ਦੇ ਕੋੜੇ ਸ਼ਬਦ ਬੋਲਦਾ ਸੀ। ਇੱਕ ਦਿਨ ਉਸਦੇ ਵਚਨ ਆਮ ਦਿਨਾਂ ਦੀ ਤੁਲਨਾ ਵਿੱਚ ਕੁਝ ਹੱਦ ਤੱਕ ਅਲੱਗ ਲੱਗੇ। ਜਦੋਂ ਉਸਨੇ ਸੁਣਿਆ, ਜਦੋਂ ਤੁਸੀਂ ਮਰ ਜਾਓਗੇ ਤਦ ਕੀ ਇਹ ਸਭ ਕੁਝ ਲੈ ਜਾਓਗੇ? ਅਜੀਬ ਤਰ੍ਹਾਂ ਨਾਲ ਸ਼ਬਦ ਜਦੋਂ ਤੁਸੀਂ ਜਾਓਗੇ ਪੂਰੇ ਦਿਨ ਉਸਦੇ ਦਿਮਾਗ ਵਿੱਚ ਫਸ ਗਏ ਸੀ। ਤਦ ਉਹ ਮੌਤ ਦੇ ਬਾਅਦ ਦੀ ਦੁਨੀਆ ਦੇ ਵਿਸ਼ੇ ਬਾਰੇ ਸੋਚਣ ਲੱਗੀ। ਤਦ ਕੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਸਰਟੀਫਿਕੇਟ ਵੀ ਹੈ? ਤਦ ਤੱਕ ਉਸਨੇ ਇਸ ਵਿਚਾਰ ਨਾਲ ਕਿ ਇਹਨਾਂ ਸਰਟੀਫਿਕੇਟਾਂ ਨਾਲ ਮੇਰਾ ਜੀਵਨ ਸੁੱਖ ਨਾਲ ਭਰਪੂਰ ਹੋਵੇਗਾ, ਅਨੇਕ ਸਰਟੀਫਿਕੇਟ ਪ੍ਰਾਪਤ ਕੀਤੇ ਸੀ। ਕੀ ਸਵਰਗ ਜਾਣ ਦਾ ਕੋਈ ਸਰਟੀਫਿਕੇਟ ਹੈ? ਜੇਕਰ ਹੈ ਤਾਂ ਕਿ ਮੈਂ ਇਸ ਨੂੰ ਪ੍ਰਾਪਤ ਕੀਤੇ ਬਿਨਾਂ ਸਵਰਗ ਜਾ ਸਕਦੀ ਹਾਂ? ਇਹ ਸ਼ਬਦ ਸੁਣ ਕੇ ਜਦੋਂ ਤੁਸੀਂ ਮਰ ਜਾਓਗੇ, ਉਸਨੇ ਇਸ ਗੱਲ ਤੇ ਅਚਰਜ ਕੀਤਾ ਕਿ ਸਵਰਗ ਜਾਣ ਦਾ ਸਰਟੀਫਿਕੇਟ ਹੈ ਜਾਂ ਨਹੀਂ। ਜਦੋਂ ਉਹ ਆਪਣੇ ਮਨ ਵਿੱਚ ਇਹ ਪ੍ਰਸ਼ਨ ਲੈ ਕੇ ਜੀ ਰਹੀ ਸੀ, ਤਦ ਇਸ ਤਰ੍ਹਾਂ ਹੋਇਆ ਕਿ ਉਸਦੀ ਸਾਡੇ ਚਰਚ ਦੇ ਮੈਂਬਰਾਂ ਨਾਲ ਮੁਲਾਕਾਤ ਹੋਈ ਅਤੇ ਇਹ ਜਾਣ ਗਈ ਕਿ ਸਵਰਗ ਵਿੱਚ ਪ੍ਰਵੇਸ਼ ਕਰਨ ਦੇ ਲਈ ਸਰਟੀਫਿਕੇਟ ਬਿਲਕੁਲ ਚਾਹੀਦਾ ਹੈ। ਜਿਵੇਂ ਦੁਨੀਆ ਵਿੱਚ ਜੀਣ ਦੇ ਲਈ ਸਾਨੂੰ ਅਲੱਗ ਪ੍ਰਕਾਰ ਦੇ ਸਰਟੀਫਿਕੇਟਾਂ ਦੀ ਜ਼ਰੂਰਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਸਵਰਗ ਜਾਣ ਦੇ ਲਈ ਵੀ ਸਰਟੀਫਿਕੇਟ ਹੁੰਦਾ ਹੈ ਨਾ? ਉਸ ਤਰ੍ਹਾਂ ਦਾ ਸਰਟੀਫਿਕੇਟ ਪੱਕਾ ਹੀ ਹੈ। ਪਰਮੇਸ਼ਵਰ ਦਾ ਸ਼ੁਕਰ ਹੈ, ਉਹ ਸਰਟੀਫਿਕੇਟ ਪ੍ਰਾਪਤ ਕਰਨਾ ਮੁਸ਼ਕਿਲ ਨਹੀਂ ਹੈ। ਦੁਨੀਆ ਵਿੱਚ ਲੋਕ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਇੱਕ ਦੂਸਰੇ ਨਾਲ ਮੁਕਾਬਲਾ ਕਰਦੇ ਹਨ, ਪਰ ਉਹ ਸਵਰਗ ਜਾਣ ਦੇ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਉਸ ਤਰ੍ਹਾਂ ਨਹੀਂ ਕਰਦੇ, ਕਿਉਂਕਿ ਇਹ ਬਹੁਤ ਆਸਾਨ ਹੈ। ਆਓ ਅਸੀਂ ਮੱਤੀ ਅਧਿਆਇ 7 ਤੇ ਇੱਕ ਨਜ਼ਰ ਪਾ ਕੇ ਇਹ ਜਾਣੀਏ ਕਿ ਸਵਰਗ ਜਾਣ ਦਾ ਸਰਟੀਫਿਕੇਟ ਕੀ ਹੈ। ਆਓ ਅਸੀਂ ਮੱਤੀ ਅਧਿਆਇ 7 ਵਚਨ 21 ਦੇਖੀਏ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਨ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਸਰਟੀਫਿਕੇਟ ਇਹ ਹੈ, ਸਵਰਗੀ ਪਿਤਾ ਦੀ ਮਰਜ਼ੀ ਤੇ ਚੱਲਣਾ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਦੀ ਮਰਜ਼ੀ ਤੇ ਚੱਲਣ ਵਾਲੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਇਸ ਲਈ ਜੇਕਰ ਅਸੀਂ ਪਿਤਾ ਦੀ ਮਰਜ਼ੀ ਜਾਣ ਕੇ ਉਸੇ ਤਰ੍ਹਾਂ ਹੀ ਕਰੀਏ ਤਾਂ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਲਈ ਪ੍ਰਮਾਣਿਤ ਹੋਵਾਂਗੇ। ਪਰਮੇਸ਼ਵਰ ਨੇ ਸਾਨੂੰ ਸਵਰਗ ਅਤੇ ਨਰਕ ਦੀ ਮੌਜੂਦਗੀ ਅਤੇ ਇਸ ਦੁਨੀਆ ਦੇ ਬਾਅਦ ਦੇ ਜੀਵਨ ਤੇ ਵਿਸ਼ਵਾਸ ਕਰਨ ਨੂੰ ਕਿਹਾ ਹੈ। ਇਸ ਲਈ ਬਾਈਬਲ ਵਿਸ਼ਵਾਸ ਤੇ ਜ਼ੋਰ ਦਿੰਦੀ ਹੈ। ਬਾਈਬਲ ਦੀਆਂ 6 ਕਿਤਾਬਾਂ ਦੇ ਕਈ ਭਾਗਾਂ ਵਿੱਚ ਵਿਸ਼ਵਾਸ ਇਸ ਪਰਿਭਾਸ਼ਾ ਦਾ ਰਿਕਾਰਡ ਦਿੰਦੀ ਹੈ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਅਸੀਂ ਦ੍ਰਿਸ਼ ਦੁਨੀਆ ਦੀ ਮੌਜੂਦਗੀ ਤੇ ਵਿਸ਼ਵਾਸ ਕਰਦੇ ਹਾਂ, ਪਰ ਜਦੋਂ ਅਸੀਂ ਅਣਡਿੱਠੀ ਦੁਨੀਆ ਅਰਥਾਤ ਸਵਰਗ ਦੇ ਰਾਜ ਦੀ ਮੌਜੂਦਗੀ ਤੇ ਵੀ ਵਿਸ਼ਵਾਸ ਕਰਾਂਗੇ ਤਾਂ ਸਵਰਗ ਜਾਣ ਦਾ ਸਰਟੀਫਿਕੇਟ ਪੱਕਾ ਹੀ ਪ੍ਰਾਪਤ ਕਰਾਂਗੇ। ਪਰਮੇਸ਼ਵਰ ਸਾਨੂੰ ਇਸ ਗੱਲ ਨੂੰ ਲੈ ਕੇ ਜਾਣਕਾਰੀ ਦਿੰਦੇ ਹਨ। ਆਓ ਅਸੀਂ ਇਬਰਾਨੀਆਂ ਅਧਿਆਇ 11
ਵਚਨ 1 ਤੇ ਨਜ਼ਰ ਪਾਈਏ। ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ। ਪਰਮੇਸ਼ਵਰ ਲੋਕਾਂ ਨੂੰ ਸਵਰਗ ਜਾਣ ਦਾ ਰਾਹ ਦੱਸ ਕੇ ਉਹਨਾਂ ਨੂੰ ਉਸੇ ਰਾਹ ਤੇ ਚੱਲਣ ਦਾ ਸੁਝਾਅ ਦਿੰਦੇ ਹਨ। ਫਿਰ ਵੀ ਉਹ ਉਹਨਾਂ ਦੀ ਮਰਜ਼ੀ ਤੇ ਨਹੀਂ ਚੱਲਦੇ, ਕਿਉਂਕਿ ਉਹ ਨਾ ਤਾਂ ਪਰਮੇਸ਼ਵਰ ਦੀ ਮੌਜੂਦਗੀ ਤੇ ਅਤੇ ਨਾ ਹੀ ਮੌਤ ਦੇ ਬਾਅਦ ਦੇ ਸਵਰਗ ਅਤੇ ਨਰਕ ਦੀ ਮੌਜੂਦਗੀ ਤੇ ਵਿਸ਼ਵਾਸ ਕਰਦੇ ਹਨ। ਇਬਰਾਨੀਆਂ ਅਧਿਆਇ 11 ਵਚਨ 1 ਕਹਿੰਦਾ ਹੈ, ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ। ਈਜ਼ੀ ਟੂ ਰੀਡ ਵਰਜਨ ਬਾਈਬਲ ਦੇ ਅਨੁਸਾਰ ਇਸ ਤਰ੍ਹਾਂ ਲਿਖਿਆ ਹੈ, ਵਿਸ਼ਵਾਸ ਦਾ ਅਰਥ ਹੈ ਜਿਸ ਦੀ ਅਸੀਂ ਆਸ ਕਰਦੇ ਹਾਂ ਉਸ ਦੇ ਲਈ ਪੱਕਾ ਹੋਣਾ, ਅਤੇ ਵਿਸ਼ਵਾਸ ਦਾ ਅਰਥ ਹੈ ਕਿ ਅਸੀਂ ਭਾਵੇਂ ਕਿਸੇ ਵਸਤੂ ਨੂੰ ਦੇਖ ਨਹੀਂ ਰਹੇ ਹਾਂ ਪਰ ਉਸ ਦੀ ਮੌਜੂਦਗੀ ਦੇ ਵਿਸ਼ੇ ਪੱਕਾ ਹੋਣਾ ਕਿ ਉਹ ਹੈ। ਬਾਈਬਲ ਵਿੱਚ ਦਰਜ ਸਾਰੀਆਂ ਗੱਲਾਂ ਅਣਡਿੱਠੀਆਂ ਹੋਣ ਤੇ ਵੀ ਸੱਚ ਹੈ। ਇਸ ਨੂੰ ਜਾਣਨਾ ਹੀ ਵਿਸ਼ਵਾਸ ਹੈ। ਇਸ ਲਈ ਵਿਸ਼ਵਾਸ ਨਾ ਰੱਖਣ ਵਾਲੇ ਉਹ ਕਦੀ ਨਹੀਂ ਕਰ ਸਕਦੇ, ਜਿਸ ਕਰਕੇ ਪਰਮੇਸ਼ਵਰ ਖੁਸ਼ ਹੁੰਦੇ ਹਨ। ਆਓ ਅਸੀਂ ਵਚਨ 6 ਦੇ ਨਾਲ ਅੱਗੇ ਵਧੀਏ। ਅਤੇ ਨੇਚਾ ਬਾਝੋਂ ਉਹਦੇ ਮਨ ਨੂੰ ਪਾਉਣਾ ਅਨ ਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ, ਨਾਲੇ ਇਹ ਭਾਈ ਉਹ ਆਪਣੀਆਂ ਤਾਲਿਬਾਂ ਦਾ ਫਲਦਾਤਾ ਹੈ। ਪਰਮੇਸ਼ਵਰ ਦੇ ਵਚਨਾਂ ਨੂੰ ਅਣਡਿੱਠੇ ਹੋਣ ਤੇ ਵੀ ਸੱਚ ਮੰਨਣ ਵਾਲੇ ਵਿਸ਼ਵਾਸ ਦੇ ਲੋਕ ਹਨ। ਉਹ ਮੰਨਦੇ ਹਨ ਕਿ ਪਰਮੇਸ਼ਵਰ ਦੇ ਵਚਨਾਂ ਦੀ ਪੱਕਾ ਹੀ ਮੌਜੂਦਗੀ ਹੈ ਅਤੇ ਉਹ ਬਿਨਾਂ ਸ਼ੱਕ ਪੂਰੇ ਹੋਣਗੇ। ਉਸ ਤਰ੍ਹਾਂ ਦੇ ਲੋਕਾਂ ਵਿੱਚੋਂ ਇੱਕ ਨੂਹ ਹੈ ਜੋ ਵਚਨ 7 ਵਿੱਚ ਦਿਖਾਈ ਦਿੰਦਾ ਹੈ, ਅਤੇ ਅਬਰਾਹਮ ਹੈ ਜੋ ਵਚਨ 8 ਵਿੱਚ ਦਿਖਾਈ ਦਿੰਦਾ ਹੈ, ਅਤੇ ਸਾਰਾ, ਮੂਸਾ, ਇਸਹਾਕ, ਯਾਕੂਬ, ਯੂਸਫ ਹੈ। ਵਿਸ਼ਵਾਸ ਦਾ ਅਧਿਆਇ ਕਹੇ ਜਾਣ ਵਾਲੇ ਇਬਰਾਨੀ ਅਧਿਆਇ 11 ਵਿੱਚ ਦਿਖਾਈ ਦੇਣ ਵਾਲੇ ਸਾਰੇ ਲੋਕਾਂ ਨੇ ਪਰਮੇਸ਼ਵਰ ਦੇ ਅਣਡਿੱਠੇ ਵਚਨਾਂ ਨੂੰ ਹਮੇਸ਼ਾ ਯਕੀਨ ਨਾਲ ਜਾਣ ਕੇ ਮਹਿਸੂਸ ਕੀਤਾ। ਇਸ ਲਈ ਉਹ ਵਿਸ਼ਵਾਸ ਦੇ ਪਿਤਾ ਸੱਦੇ ਜਾਂਦੇ ਹਨ। ਆਓ ਅਸੀਂ ਵਚਨ 7 ਦੇ ਨਾਲ ਜਾਰੀ ਰੱਖੀਏ। ਨਿਹਚਾ ਨਾਲ ਨੂਹ ਨੇ ਪਰਮੇਸ਼ਵਰ ਕੋਲੋਂ ਉਹਨਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਿਮ ਕੇ ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ, ਅਤੇ ਉਸ ਨਿਹਚਾ ਦੇ ਕਾਰਨ ਉਹਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨੇਚਾ ਤੋਂ ਹੀ ਹੁੰਦਾ ਹੈ। ਨੂਹ ਇਸ ਤਰ੍ਹਾਂ ਦਾ ਨਾਮ ਹੈ ਜੋ ਤੁਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਪਰਮੇਸ਼ਵਰ ਦੀ ਦੁਨੀਆ ਨੂੰ ਜਲ ਪਰਲੋ ਨਾਲ ਨਿਆਂ ਕਰਨ ਤੋਂ ਪਹਿਲਾਂ ਉਸਨੇ ਜਹਾਜ਼ ਬਣਾ ਕੇ ਆਪਣੇ ਸਾਰੇ ਪਰਿਵਾਰ ਅਤੇ ਪਸ਼ੂਆਂ ਨੂੰ ਬਚਾਉਣ ਦੀ ਮਹਾਨ ਭੂਮਿਕਾ ਨਿਭਾਈ ਸੀ। ਉਹ ਵਿਸ਼ਵਾਸ ਦਾ ਪੁਰਖ ਸੀ। ਉਹਨਾਂ ਦਿਨਾਂ ਵਿੱਚ ਪਰਮੇਸ਼ਵਰ ਨੇ ਨੂਹ ਨੂੰ ਜਹਾਜ਼ ਬਣਾਉਣ ਦਾ ਹੁਕਮ ਦਿੱਤਾ ਸੀ। ਹੁਣ ਅਸੀਂ ਆਸਾਨੀ ਨਾਲ ਇਹ ਗੱਲ ਸੁਣਦੇ ਹਾਂ ਕਿ ਉਸਨੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਜਹਾਜ਼ ਬਣਾਇਆ। ਇਹ ਬਹੁਤ ਆਮ ਲੱਗਦਾ ਹੈ, ਪਰ ਅਸਲ ਵਿੱਚ ਜਹਾਜ਼ ਬਣਾਉਣ ਵਿੱਚ ਉਸਨੂੰ ਕਾਫੀ ਲੰਬਾ ਸਮਾਂ ਲੱਗਿਆ ਸੀ। ਉਸਨੂੰ ਜਹਾਜ਼ ਬਣਾਉਣ ਵਿੱਚ ਮਹਾਨ ਕੋਸ਼ਿਸ਼, ਸਮੱਗਰੀ ਅਤੇ ਸ਼ਕਤੀ ਦੀ ਜ਼ਰੂਰਤ ਪਈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਉਸ ਜਹਾਜ਼ ਨੂੰ ਬਣਾਉਣ ਵਿੱਚ 40 ਵਰ੍ਹੇ ਲੱਗੇ ਹੋਣਗੇ, ਅਤੇ ਕਿਸੇ ਦਾ ਮੰਨਣਾ ਹੈ ਕਿ ਉਸ ਨੂੰ ਬਣਾਉਣ ਵਿੱਚ 120 ਸਾਲ ਲੱਗੇ। ਉਸ ਦੇ ਸਖਤ ਮਿਹਨਤ ਨਾਲ ਕੰਮ ਕਰਨ ਤੋਂ ਬਾਅਦ ਵੀ ਇਸ ਨੂੰ ਪੂਰਾ ਕਰਨ ਦੇ ਲਈ ਕਾਫੀ ਲੰਬਾ ਸਮਾਂ ਲੱਗਿਆ ਸੀ। ਜਹਾਜ਼ ਬਣਾਉਣ ਵਿੱਚ ਉਸਨੇ ਕਿੰਨਾ ਸਮਾਂ ਅਤੇ ਭਾਰੀ ਕੋਸ਼ਿਸ਼ ਨਿਵੇਸ਼ ਕੀਤੀ, ਸਾਨੂੰ ਇਸ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਨੂੰ ਘੋੜੇ, ਪਸ਼ੂਆਂ ਅਤੇ ਸ਼ੇਰਾਂ ਨੂੰ ਜਹਾਜ਼ ਵਿੱਚ ਭਜਾ ਕੇ ਪਾਉਣਾ ਪਿਆ। ਉਹ ਬਹੁਤ ਹੀ ਮੁਸ਼ਕਿਲ ਕੰਮ ਹੋਵੇਗਾ। ਨੂਹ ਉਸੇ ਤਰ੍ਹਾਂ ਦਾ ਔਖਾ ਕੰਮ ਕਿਵੇਂ ਕਰ ਸਕਿਆ? ਉਸ ਦੇ ਕੋਲ ਇਸ ਤਰ੍ਹਾਂ ਦਾ ਅਨੁਭਵ ਨਾ ਹੋਣ ਤੇ ਵੀ ਉਸਨੇ ਪਰਮੇਸ਼ਵਰ ਦੀ ਗੱਲ ਮੰਨੀ, ਕਿਉਂਕਿ ਉਸਨੂੰ ਇਹ ਵਿਸ਼ਵਾਸ ਸੀ ਕਿ ਸਾਰੀਆਂ ਗੱਲਾਂ ਜਿਸ ਤਰ੍ਹਾਂ ਪਰਮੇਸ਼ਵਰ ਨੇ ਕਹੀਆਂ ਸਨ ਉਸੇ ਤਰ੍ਹਾਂ ਹੀ ਪੂਰੀਆਂ ਹੋਣਗੀਆਂ। ਜੇਕਰ ਨੂਹ ਨੇ ਪਰਮੇਸ਼ਵਰ ਦੇ ਵਚਨਾਂ ਤੇ ਵਿਸ਼ਵਾਸ ਨਾ ਕੀਤਾ ਹੁੰਦਾ
ਤਾਂ ਕਿ ਉਹ ਆਪਣਾ ਪੂਰਾ ਜੀਵਨ ਉਸ ਤਰ੍ਹਾਂ ਬਿਤਾਉਂਦਾ, ਕਿਉਂਕਿ ਉਸਨੇ ਵਿਸ਼ਵਾਸ ਕੀਤਾ ਸੀ, ਇਸ ਲਈ ਉਹ ਇਹ ਕੰਮ ਕਰ ਸਕਿਆ। ਅੱਜ ਸਵਰਗ ਜਾਣ ਦਾ ਸਰਟੀਫਿਕੇਟ ਇਸ ਵਿਸ਼ੇ ਦੇ ਹੇਠ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰਦੇ ਹੋਏ ਸਾਨੂੰ ਵੀ ਨੂਹ ਦੇ ਵਾਂਗ ਪਰਮੇਸ਼ਵਰ ਦੇ ਸਾਰੇ ਵਚਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਇਬਰਾਨੀਆਂ ਅਧਿਆਇ 11 ਵਚਨ 6 ਜ਼ੋਰ ਦਿੰਦਾ ਹੈ ਕਿ ਵਿਸ਼ਵਾਸ ਬਿਨਾ ਪਰਮੇਸ਼ਵਰ ਨੂੰ ਖੁਸ਼ ਕਰਨਾ ਅਨਹੋਣਾ ਹੈ। ਜਦੋਂ ਸਾਡੇ ਵਿੱਚ ਵਿਸ਼ਵਾਸ ਹੁੰਦਾ ਹੈ ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ। ਦੂਸਰੇ ਸ਼ਬਦਾਂ ਵਿੱਚ ਅਸੀਂ ਸਵਰਗ ਜਾਣ ਦਾ ਸਰਟੀਫਿਕੇਟ ਪਾ ਸਕਦੇ ਹਾਂ। ਅਸੀਂ ਮਿਹਨਤ ਨਾਲ ਸਬਤ ਮਨਾਉਂਦੇ ਹਾਂ, ਪਰਮੇਸ਼ਵਰ ਦੇ ਹੁਕਮਾਂ ਨੂੰ ਇਮਾਨਦਾਰੀ ਨਾਲ ਮੰਨਦੇ ਹਾਂ ਅਤੇ ਸਮੇਂ ਦੀ ਵਰਤੋਂ ਆਤਮਾਵਾਂ ਨੂੰ ਬਚਾਉਣ ਦੇ ਲਈ ਕਰਦੇ ਹਾਂ। ਇਸ ਵਿਚਕਾਰ ਦੁਨੀਆ ਵਿੱਚ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਬਹੁਤ ਜਲਦੀ ਹੀ ਗਾਇਬ ਹੋ ਜਾਵੇਗੀ। ਇਹ ਇਸ ਲਈ ਹੈ ਕਿਉਂਕਿ ਉਹ ਸਵਰਗ ਦੇ ਰਾਜ ਦੀ ਮੌਜੂਦਗੀ ਤੇ ਵਿਸ਼ਵਾਸ ਨਹੀਂ ਕਰਦੇ। ਸਿਯੋਨ ਦੇ ਮੈਂਬਰ ਇਸ ਤੇ ਵਿਸ਼ਵਾਸ ਕਰਦੇ ਹਨ ਅਤੇ ਇੱਥੇ ਆਏ ਹੋਏ ਹਨ, ਹੈ ਨਾ? ਇਸ ਲਈ ਨੂਹ ਨੇ ਜਹਾਜ਼ ਬਣਾਉਣ ਵਿੱਚ 40 ਤੋਂ 120 ਸਾਲ ਤੱਕ ਜ਼ਿਆਦਾ ਮਾਤਰਾ ਵਿੱਚ ਸਮਾਂ ਅਤੇ ਪੈਸਾ ਲਗਾ ਦਿੱਤਾ। ਜਹਾਜ਼ ਬਣਾਉਣਾ ਬਿਲਕੁਲ ਵੀ ਆਸਾਨ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਿਨਾਂ ਵਿੱਚ ਨੂਹ ਦੇ ਜਹਾਜ਼ ਵਰਗਾ ਵਿਸ਼ਾਲ ਜਹਾਜ਼ ਹੁੰਦਾ ਹੋਵੇਗਾ? ਅਜਿਹਾ ਕੁਝ ਕਦੇ ਨਹੀਂ ਸੀ ਹੋਇਆ। ਇਸ ਦੇ ਬਜਾਏ ਨੂਹ ਨੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੇ ਹੁਕਮ ਅਨੁਸਾਰ ਉਸ ਕੰਮ ਨੂੰ ਅੱਗੇ ਵਧਾਇਆ। ਇਸ ਤਰ੍ਹਾਂ ਦੇ ਦਿਨਾਂ ਵਿੱਚ ਜਦੋਂ ਲੋਕ ਜ਼ਬਰਦਸਤ ਮੀਂਹ ਦੀ ਕਲਪਨਾ ਤੱਕ ਨਹੀਂ ਕਰ ਸਕਦੇ ਸੀ, ਉਸਨੇ ਜਹਾਜ਼ ਬਣਾਇਆ। ਯਕੀਨ ਤੋਂ ਬਿਨਾਂ ਨੂਹ ਉਹ ਕੰਮ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਵਿੱਚ ਵਿਸ਼ਵਾਸ ਸੀ। ਇਸ ਲਈ ਨੂਹ ਸਾਰੀਆਂ ਚੀਜ਼ਾਂ ਕਰ ਸਕਿਆ। ਬਾਈਬਲ ਇਸ ਤਰ੍ਹਾਂ ਰਿਕਾਰਡ ਕਰਦੀ ਹੈ। ਅੱਜ ਸਾਨੂੰ ਦ੍ਰਿੜਤਾ ਨਾਲ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਬਾਈਬਲ ਪਰਮੇਸ਼ਵਰ ਦੇ ਵਚਨ ਹਨ ਅਤੇ ਸਾਨੂੰ ਇਹ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜੋ ਕੁਝ ਵੀ ਹੋਣਾ ਚਾਹੀਦਾ ਹੈ ਉਹ ਪਰਮੇਸ਼ਵਰ ਦੇ ਠਹਿਰਾਏ ਹੋਏ ਸਮੇਂ ਤੇ ਪੱਕਾ ਹੀ ਵਾਪਰੇਗਾ। ਇਸ ਲਈ ਸਾਨੂੰ ਬਾਈਬਲ ਵਿੱਚ ਦਰਜ ਸਾਰੀਆਂ ਸਿੱਖਿਆਵਾਂ ਦਾ ਪਾਲਨ ਕਰਨਾ ਚਾਹੀਦਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਖੁਦ ਨੂੰ ਅਤੇ ਦੁਨੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਇਸ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸਾਨੂੰ ਬਾਈਬਲ ਦੇ ਅਨੁਸਾਰ ਸਰੀਰ ਵਿੱਚ ਆਏ ਹੋਏ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਵੀ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮਨੁੱਖ ਜਾਤੀ ਦੀ ਮੁਕਤੀ ਦੇ ਲਈ ਅੰਤ ਦੇ ਦਿਨਾਂ ਵਿੱਚ ਲੋਕਾਂ ਨੂੰ ਕਿੱਥੇ ਜਾਣਾ ਚਾਹੀਦਾ ਹੈ? ਆਤਮਾ ਤੇ ਲਾੜੀ ਆਖਦੀ ਹੈ, ਆਓ। ਬਾਈਬਲ ਕਹਿੰਦੀ ਹੈ ਕਿ ਸਾਰੀ ਮਨੁੱਖ ਜਾਤੀ ਨੂੰ ਇਸ ਬੁਲਾਵੇ ਦੇ ਪ੍ਰਤੀ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਇਹਨਾਂ ਲੋਕਾਂ ਦੇ ਕੋਲ ਸਵਰਗ ਦਾ ਸਰਟੀਫਿਕੇਟ ਹੈ। ਕਿ ਬਾਈਬਲ ਇਸ ਤਰ੍ਹਾਂ ਨਹੀਂ ਕਹਿੰਦੀ? ਜਦੋਂ ਨੂਹ ਜਹਾਜ਼ ਬਣਾ ਰਿਹਾ ਸੀ ਤਦ ਅਨੇਕ ਲੋਕ ਉਸ ਦੀ ਬੇਇੱਜ਼ਤੀ ਕਰਕੇ ਉਸ ਤੇ ਹੱਸੇ, ਪਰ ਨੂਹ ਨੇ ਕੀ ਕੀਤਾ? ਉਸਨੇ ਬੇਇੱਜ਼ਤੀ, ਰੁਕਾਵਟ ਅਤੇ ਮਖੌਲ ਨੂੰ ਸਹਿਨ ਕੀਤਾ। ਉਹ ਬਹੁਤ ਦਲੇਰ ਸੀ। ਉਹ ਉਸ ਤਰ੍ਹਾਂ ਕਰ ਸਕਿਆ ਕਿਉਂਕਿ ਉਸਨੇ ਵਿਸ਼ਵਾਸ ਕੀਤਾ ਸੀ ਕਿ ਉਹ ਗੱਲ ਬਿਲਕੁਲ ਵਾਪਰੇਗੀ। ਇਸ ਲਈ ਇਬਰਾਨੀਆਂ ਅਧਿਆਇ 10 ਵੀ ਕਹਿੰਦਾ ਹੈ ਕਿ ਜਿਨ੍ਹਾਂ ਵਿੱਚ ਵਿਸ਼ਵਾਸ ਹੈ ਉਹਨਾਂ ਨੂੰ ਪੱਕਾ ਹੌਸਲਾ ਨਹੀਂ ਛੱਡਣਾ ਚਾਹੀਦਾ। ਇਸ ਦਾ ਅਰਥ ਹੈ ਕਿ ਸਾਨੂੰ ਹਮੇਸ਼ਾ ਦ੍ਰਿੜ ਵਿਸ਼ਵਾਸ ਵਿੱਚ ਸਵੈ ਭਰੋਸੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਿਵੇਂ ਕਿਹਾ ਗਿਆ ਹੈ ਉਸੇ ਤਰ੍ਹਾਂ ਹੀ ਪੂਰਾ ਹੋਵੇਗਾ। ਆਓ ਅਸੀਂ ਇਬਰਾਨੀਆਂ ਅਧਿਆਇ 10 ਵਚਨ 35 ਦੇਖੀਏ। ਸੋ ਤੁਸਾਂ ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬੈਠਣਾ ਕਿ ਉਹਦਾ ਵੱਡਾ ਫਲ ਹੈ, ਕਿਉਂ ਜੋ ਤੁਹਾਨੂੰ ਧੀਰਜ ਧਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਇਹ ਲਿਖਿਆ ਹੈ, ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾਲ ਆਵੇਗਾ, ਪਰ ਮੇਰਾ ਧਰਮੀ ਬੰਦਾ ਕਿਸ ਤੋਂ ਨੇਚਾ ਤੋਂ ਜੀਵੇਗਾ ਅਤੇ ਜੋ ਉਹ ਪਿਛਾਂ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਜਿਵੇਂ ਇਬਰਾਨੀਆਂ ਅਧਿਆਇ 11 ਵਿੱਚ ਲਿਖਿਆ ਹੈ। ਵਿਸ਼ਵਾਸ ਅਣਡਿੱਠੀ ਗੱਲਾਂ ਦਾ ਮੰਨਣਾ ਹੈ ਅਤੇ ਵਿਸ਼ਵਾਸ ਕਰਨਾ ਹੈ ਕਿ ਉਹ ਸੱਚ ਹੋ ਜਾਵੇਗੀ ਅਤੇ ਜੇ ਉਹ ਪਿਛਾਂ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਂ ਹਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਜਿਹੜੇ ਨੇਚਾ ਕਰਕੇ ਜਾਨ ਬਚਾ ਰੱਖਦੇ ਹਨ। ਇਸ ਦਾ ਅਰਥ ਹੈ
ਕਿ ਮੁਕਤੀ ਪਾਉਣ ਅਤੇ ਸਵਰਗ ਵਿੱਚ ਪ੍ਰਵੇਸ਼ ਕਰਨ ਦੇ ਲਈ ਪ੍ਰਮਾਣਿਤ ਹੋਣ ਦੇ ਲਈ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਨਾ? ਇਸ ਲਈ ਜਿਸ ਕਿਸੇ ਵਿੱਚ ਵਿਸ਼ਵਾਸ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਆਪਣਾ ਹੌਸਲਾ ਨਾ ਛੱਡੇ, ਕਿਉਂਕਿ ਉਹ ਪੱਕਾ ਸੱਚ ਹੋਵੇਗਾ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਆਪਣਾ ਹੌਸਲਾ ਨਾ ਛੱਡੀਏ। ਆਓ ਅਸੀਂ ਵਚਨ 22 ਦੇ ਨਾਲ ਅੱਗੇ ਵਧੀਏ। ਬਾਈਬਲ ਸਾਨੂੰ ਕਹਿੰਦੀ ਹੈ, ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨਿਸ਼ਚਾ ਨਾਲ, ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨਲਾਈ ਗਈ, ਕਿਸ ਦੇ ਨੇੜੇ ਜਾਈਏ? ਪਰਮੇਸ਼ਵਰ ਦੇ ਨੇੜੇ ਜਾਈਏ। ਅੱਜ ਅਸੀਂ ਬਾਈਬਲ ਵਿੱਚੋਂ ਇਹ ਸਿੱਖ ਰਹੇ ਹਾਂ ਕਿ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰਨ ਦਾ ਸਰਟੀਫਿਕੇਟ ਕਿਵੇਂ ਪਾਵਾਂਗੇ। ਬਾਈਬਲ ਕਹਿੰਦੀ ਹੈ, ਸਭ ਕੁਝ ਪਰਮੇਸ਼ਵਰ ਦੇ ਹੁਕਮ ਅਨੁਸਾਰ ਕਰੋ। ਇਹੀ ਸਿੱਟਾ ਹੈ। ਬਾਈਬਲ ਦੇ ਵਚਨਾਂ ਵਿੱਚ ਨਾ ਕੁਝ ਵਧਾਉਣਾ ਅਤੇ ਨਾ ਹੀ ਉਸ ਵਿੱਚ ਕੁਝ ਕੱਢਣਾ ਚਾਹੀਦਾ ਹੈ। ਸਾਰੀਆਂ ਗੱਲਾਂ ਜਿਵੇਂ ਲਿਖੀਆਂ ਗਈਆਂ ਹਨ ਉਸੇ ਤਰ੍ਹਾਂ ਹੀ ਪੂਰੀਆਂ ਹੋਣਗੀਆਂ। ਇਸ ਲਈ ਵਿਸ਼ਵਾਸ ਅਤੇ ਹੌਸਲਾ ਰੱਖੋ। ਬਾਈਬਲ ਸਾਨੂੰ ਉਸੇ ਤਰ੍ਹਾਂ ਸਿਖਾਉਂਦੀ ਹੈ। ਨੂਹ ਦੇ ਦਿਨਾਂ ਵਿੱਚ ਬਦਨਾਮੀ ਸੀ। ਪਹਿਲੇ ਚਰਚ ਦੇ ਦਿਨਾਂ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਇਹ ਕਹਿੰਦੇ ਹੋਏ ਯੀਸ਼ੂ ਤੇ ਵਿਸ਼ਵਾਸ ਦਾ ਮਖੌਲ ਅਤੇ ਬਦਨਾਮੀ ਕੀਤੀ ਕਿ ਤੁਸੀਂ ਨਾਸਰਤ ਦੇ ਮਾਮੂਲੀ ਤਰਖਾਨ ਯੀਸ਼ੂ ਤੇ ਵਿਸ਼ਵਾਸ ਕਰਦੇ ਹੋ। ਪਰ ਪਹਿਲੇ ਚਰਚ ਦੇ ਮੈਂਬਰਾਂ ਨੇ ਕਿਸ ਤਰ੍ਹਾਂ ਦੀ ਪ੍ਰਕਿਰਿਆ ਕੀਤੀ? ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ। ਉਹਨਾਂ ਨੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕੀਤਾ ਸੀ ਕਿ ਯੀਸ਼ੂ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮੇਸ਼ਵਰ ਹਨ, ਜਿਨ੍ਹਾਂ ਨੇ ਆਕਾਸ਼, ਧਰਤੀ ਅਤੇ ਸਾਰੀਆਂ ਵਸਤੂਆਂ ਦੀ ਸ੍ਰਿਸ਼ਟੀ ਕੀਤੀ। ਅੱਜ ਪਵਿੱਤਰ ਆਤਮਾ ਦੇ ਯੁੱਗ ਦੇ ਵਿਸ਼ੇ ਵਿੱਚ ਕੀ ਕਹੀਏ? ਯਹੋਵਾ ਪਰਮੇਸ਼ਵਰ, ਯੀਸ਼ੂ ਮਸੀਹ ਅਤੇ ਨਵਾਂ ਨਾਮ ਮਸੀਹ ਅਨਸੰਗ ਜੀ ਇੱਕ ਹੀ ਪਰਮੇਸ਼ਵਰ ਹਨ। ਉਹ ਅਲੱਗ-ਅਲੱਗ ਯੁੱਗ ਵਿੱਚ ਅਲੱਗ-ਅਲੱਗ ਨਾਮ ਦੇ ਨਾਲ ਆਏ, ਪਰ ਇਹ ਇੱਕ ਹੀ ਪਰਮੇਸ਼ਵਰ ਹਨ। ਇਸ ਯੁੱਗ ਵਿੱਚ ਵੀ ਪਰਮੇਸ਼ਵਰ ਨੇ ਸਵਰਗ ਦਾ ਸਰਟੀਫਿਕੇਟ ਬਣਾਇਆ ਹੈ ਤਾਂ ਜੋ ਨਵੇਂ ਨੇਮ ਦੇ ਨਾਲ ਆਏ ਮਸੀਹ ਅਨਸੰਗ ਜੀ ਤੇ ਵਿਸ਼ਵਾਸ ਰੱਖਦੇ ਹਨ, ਉਹ ਆਤਮਾ ਅਤੇ ਲਾੜੀ ਤੇ ਵਿਸ਼ਵਾਸ ਨਾਲ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੇ। ਹੁਣ ਤੋਂ ਆਓ ਅਸੀਂ ਇਸ ਗੱਲ ਦਾ ਅਧਿਐਨ ਕਰੀਏ ਕਿ ਸਵਰਗ ਦਾ ਸਰਟੀਫਿਕੇਟ ਕਿਵੇਂ ਪਾਈਏ। ਫਿਲਿੱਪੀਆਂ ਅਧਿਆਇ 3 ਵਚਨ 20। ਪਰ ਸਾਡਾ ਵਤਨ ਸਵਰਗ ਹੈ। ਕਿ ਸਵਰਗ ਦੀ ਨਾਗਰਿਕਤਾ ਰੱਖਣ ਦਾ ਅਰਥ ਇਹ ਨਹੀਂ ਹੈ ਕਿ ਤੁਹਾਡੇ ਕੋਲ ਸਵਰਗ ਜਾਣ ਦਾ ਸਰਟੀਫਿਕੇਟ ਹੈ। ਫਿਲਿੱਪੀਆਂ ਵਿੱਚੋਂ ਭਰਾਵਾਂ ਅਤੇ ਭੈਣਾਂ ਨੂੰ ਇਹ ਪੱਤਰ ਕਿਸ ਨੇ ਭੇਜਿਆ ਸੀ? ਰਸੂਲ ਪੌਲੁਸ ਨੇ। ਅਤੇ ਅਸੀਂ ਇੱਕ ਮੁਕਤੀਦਾਤੇ ਪ੍ਰਭੂ ਯੀਸ਼ੂ ਮਸੀਹ ਦੇ ਉੱਥੋਂ ਆਉਣ ਦੀ ਉਡੀਕ ਕਰ ਰਹੇ ਹਾਂ, ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹਦੇ ਨਾਲ ਉਹ ਸਭਨਾ ਵਸਤਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ। ਤੁਹਾਡੇ ਕੋਲ ਸਵਰਗ ਦੀ ਨਾਗਰਿਕਤਾ ਹੋਣ ਦਾ ਅਰਥ ਹੈ ਕਿ ਤੁਸੀਂ ਸਵਰਗ ਜਾਣ ਦਾ ਸਰਟੀਫਿਕੇਟ ਪਹਿਲਾਂ ਤੋਂ ਪਾ ਚੁੱਕੇ ਹੋ। ਤਦ ਇੱਥੇ ਸਾਡਾ ਕਿਸ ਨੂੰ ਸੰਕੇਤ ਕਰਦਾ ਹੈ ਅਤੇ ਉਹ ਸਵਰਗ ਜਾਣ ਦਾ ਸਰਟੀਫਿਕੇਟ ਕਿਵੇਂ ਪਾ ਸਕੇ? ਹਰ ਤਰ੍ਹਾਂ ਦੇ ਸਰਟੀਫਿਕੇਟ ਦੇ ਲਈ ਅਲੱਗ-ਅਲੱਗ ਯੋਗਤਾਵਾਂ ਦੀ ਜ਼ਰੂਰਤ ਹੁੰਦੀ ਹੈ। ਬੇਕਿੰਗ ਜਾਂ ਮਿੱਠੀਆਂ ਚੀਜ਼ਾਂ ਦਾ ਸਰਟੀਫਿਕੇਟ ਪਾਉਣ ਦੇ ਲਈ ਇਹ ਸਿੱਖਣਾ ਹੋਵੇਗਾ ਕਿ ਆਟਾ ਕਿਵੇਂ ਗੁੰਨਿਆ ਜਾਵੇ ਜਾਂ ਕੁਝ ਹੋਰ ਹੁਨਰ ਸਿੱਖਣ ਦੀ ਜ਼ਰੂਰਤ ਹੋਵੇਗੀ। ਪੱਛਮੀ ਸ਼ੈਲੀ ਦੇ ਭੋਜਨ ਪਕਾਉਣ ਵਿੱਚ ਇੱਕ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਇਸ ਦੇ ਲਈ ਵੀ ਜ਼ਰੂਰੀ ਯੋਗਤਾਵਾਂ ਹੋਣਗੀਆਂ। ਇਹ ਕਹਿ ਕੇ ਕਿ ਸਾਡਾ ਨਿਜ ਦੇਸ਼ ਸਵਰਗ ਹੈ, ਰਸੂਲ ਪੌਲੁਸ ਨੇ ਖੁਦ ਨੂੰ ਸਵਰਗ ਜਾਣ ਦਾ ਸਰਟੀਫਿਕੇਟ ਪਹਿਲਾਂ ਤੋਂ ਪਾਏ ਹੋਏ ਵਿਅਕਤੀ ਦੇ ਰੂਪ ਵਿੱਚ ਦਰਜ ਕੀਤਾ। ਇੱਥੇ ਸਾਡੇ ਦੇ ਰੂਪ ਵਿੱਚ ਦਰਸਾਏ ਹੋਏ ਲੋਕਾਂ ਦੇ ਕੋਲ ਕਿਵੇਂ ਦੀਆਂ ਯੋਗਤਾਵਾਂ ਹਨ? ਇਸ ਦੇ ਲਈ ਸਾਨੂੰ ਪੌਲੁਸ ਦੇ ਵਿਸ਼ੇ ਬਾਰੇ ਅਧਿਐਨ ਕਰਨਾ ਚਾਹੀਦਾ ਹੈ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 11 ਵਚਨ 23 ਦੇ ਨਾਲ ਅੱਗੇ ਵਧੀਏ। ਪਹਿਲਾ ਕੁਰਿੰਥੀਆਂ ਨੂੰ ਕਿਸ ਨੇ ਲਿਖਿਆ ਸੀ? ਇਸ ਨੂੰ ਵੀ ਰਸੂਲ ਪੌਲੁਸ ਨੇ ਹੀ ਲਿਖਿਆ ਸੀ। ਮੈਂ ਤਾਂ ਇਹ ਗੱਲ ਕਿਸ ਤੋਂ? ਪ੍ਰਭੂ ਤੋਂ ਪਾਈ ਸੀ, ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯੀਸ਼ੂ ਨੇ ਜਿਸ ਰਾਹ ਤੋਂ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਹਨੂੰ ਪੀਓ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਪੌਲੁਸ ਨੇ ਕਿਹਾ, ਸਾਡਾ ਆਪਣਾ ਦੇਸ਼ ਸਵਰਗ ਹੈ।
ਉਹ ਜਿਸ ਦੇ ਕੋਲ ਸਵਰਗ ਦੀ ਨਾਗਰਿਕਤਾ ਅਰਥਾਤ ਸਵਰਗ ਜਾਣ ਦਾ ਸਰਟੀਫਿਕੇਟ ਸੀ, ਉਹ ਨਵੇਂ ਨੇਮ ਦੇ ਸੱਚ ਵਿੱਚ ਸੀ। ਅੱਜ ਦੁਨੀਆ ਵਿੱਚ ਅਣਗਿਣਤ ਚਰਚ ਹਨ। ਉਹਨਾਂ ਵਿੱਚੋਂ ਕੀ ਸਾਰੇ ਚਰਚਾਂ ਦੇ ਕੋਲ ਨਵੇਂ ਨੇਮ ਦਾ ਸੱਚ ਹੈ? ਸਾਨੂੰ ਇਸ ਦਾ ਜਵਾਬ ਜਾਣਨਾ ਚਾਹੀਦਾ ਹੈ। ਆਓ ਅਸੀਂ ਦੂਜਾ ਕੁਰਿੰਥੀਓ ਅਧਿਆਇ 3 ਦੇਖੀਏ। ਅਧਿਆਇ 3 ਵਚਨ 6। ਜਿਹਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ, ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜਵਾਲਦਾ ਹੈ। ਇੱਥੇ ਉਹਨਾਂ ਨੇ ਸਾਨੂੰ ਕਿਸ ਦੇ ਸੇਵਕ ਹੋਣ ਦੇ ਯੋਗ ਵੀ ਕੀਤਾ? ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਚਾਹੁੰਦੇ ਹਨ ਕਿ ਧਰਤੀ ਤੇ ਸਾਰੇ ਲੋਕ ਨਵੇਂ ਨੇਮ ਦੇ ਸੇਵਕ ਬਣਨ। ਰਸੂਲ ਪੌਲੁਸ ਨੇ ਪਹਿਲਾ ਕੁਰਿੰਥੀਓ ਅਧਿਆਇ 11 ਵਿੱਚ ਯੀਸ਼ੂ ਦੇ ਨਵੇਂ ਨੇਮ ਦੀ ਘੋਸ਼ਣਾ ਕਰਨ ਦਾ ਦ੍ਰਿਸ਼ ਸਮਝਾ ਕੇ ਇਹ ਪ੍ਰਗਟ ਕੀਤਾ ਕਿ ਮੈਂ ਵੀ ਨਵੇਂ ਨੇਮ ਦੇ ਸੱਚ ਵਿੱਚ ਹਾਂ। ਵਚਨ 6 ਕਹਿੰਦਾ ਹੈ, ਜਿਹਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ, ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜਵਾਲਦਾ ਹੈ। ਉਸਨੇ ਇੱਕ ਹੋਰ ਵਾਰ ਨਵੇਂ ਨੇਮ ਤੇ ਜ਼ੋਰ ਦਿੱਤਾ ਕਿ ਨਵਾਂ ਨੇਮ ਅਸਲ ਵਿੱਚ ਸਰਟੀਫਿਕੇਟ ਹੈ ਜੋ ਸਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਬਣਾਉਂਦਾ ਹੈ। ਆਓ ਅਸੀਂ ਲੂਕਾ ਅਧਿਆਇ 22 ਵਚਨ 7 ਦੇਖੀਏ। ਪੱਤੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ, ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਕੱਲਿਆ, ਭਾਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। ਆਓ ਅਸੀਂ ਵਚਨ 14 ਦੇ ਨਾਲ ਅੱਗੇ ਵਧੀਏ। ਜਾ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾ ਤੁਹਾਡੇ ਨਾਲ ਖਾਵਾਂ। ਆਓ ਅਸੀਂ ਇਹ ਦ੍ਰਿਸ਼ ਦੇਖੀਏ ਜਿੱਥੇ ਯੀਸ਼ੂ ਨੇ ਪਸਾ ਦੇ ਦੁਆਰਾ ਨਵੇਂ ਨੇਮ ਦੀ ਘੋਸ਼ਣਾ ਕੀਤੀ ਸੀ। ਵਚਨ 19। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਯੀਸ਼ੂ ਨੇ ਸਾਨੂੰ ਸਪਸ਼ਟ ਰੂਪ ਨਾਲ ਕੀ ਹੁਕਮ ਦਿੱਤਾ? ਉਹਨਾਂ ਨੇ ਕਿਹਾ ਇਹੀ ਕਰਿਆ ਕਰੋ। ਵਚਨ 20। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਯੀਸ਼ੂ ਨੇ ਪਸਾ ਦੀ ਰੋਟੀ ਨੂੰ ਆਪਣੇ ਸਰੀਰ ਦੇ ਰੂਪ ਵਿੱਚ ਦਰਸਾਇਆ ਅਤੇ ਪਸਾ ਦੇ ਦਾਖਰਸ ਦਾ ਪਿਆਲਾ ਹੱਥ ਵਿੱਚ ਲੈਂਦੇ ਹੋਏ ਇਹ ਕਿਹਾ ਕਿ ਇਹ ਨਵਾਂ ਨੇਮ ਵਿੱਚ ਮੇਰਾ ਲਹੂ ਹੈ। ਯੀਸ਼ੂ ਨੇ ਕੀ ਕਿਹਾ ਕਿ ਇਹ ਕਿਸ ਦੇ ਲਈ ਹੈ? ਉਹਨਾਂ ਨੇ ਜ਼ੋਰ ਦਿੱਤਾ ਇਹ ਤੁਹਾਡੇ ਲਈ ਵਹਾਇਆ ਜਾਂਦਾ ਹੈ। ਯੀਸ਼ੂ ਨੇ ਸਵੀਕਾਰ ਕੀਤਾ ਕਿ ਪਸਾ ਦੀ ਰੋਟੀ ਅਤੇ ਦਾਖਰਸ ਮੇਰਾ ਮਾਂਸ ਅਤੇ ਲਹੂ ਹੈ। ਉਹਨਾਂ ਨੇ ਸਾਨੂੰ ਇਹ ਸਮਝਣ ਦਿੱਤਾ ਕਿ ਜੋ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਨਵੇਂ ਨੇਮ ਵਿੱਚ ਰਹਿਣਾ ਚਾਹੀਦਾ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 15 ਦੇਖੀਏ। ਇਸੇ ਕਾਰਨ ਉਹ ਕਿਸ ਦਾ ਵਿਚੋਲਾ? ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ। ਉਹ ਜਿਹੜੇ ਸੱਦੇ ਹੋਏ ਹਨ ਕੀ ਪ੍ਰਾਪਤ ਕਰਨ? ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਇੱਥੇ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਦਾ ਅਰਥ ਕੀ ਹੈ? ਇਸ ਦਾ ਅਰਥ ਸਵਰਗ ਦਾ ਰਾਜ ਹੈ। ਮਸੀਹ ਨੇ ਵਾਅਦੇ ਦੇ ਅਨੁਸਾਰ ਸਦੀਪਕ ਕਾਲ ਦਾ ਵਿਰਸਾ ਕਿਸ ਚੀਜ਼ ਨਾਲ ਦਿੱਤਾ? ਨਵੇਂ ਨੇਮ ਨਾਲ। ਕੀ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਨਵੇਂ ਨੇਮ ਦੇ ਬਿਨਾਂ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ? ਫਿਰ ਵੀ ਦੁਨੀਆ ਵਿੱਚ ਅਨੇਕ ਚਰਚਾਂ ਦੇ ਕੋਲ ਨਵਾਂ ਨੇਮ ਨਹੀਂ ਹੈ। ਉਹਨਾਂ ਦੇ ਕੋਲ ਪਸਾ ਨਹੀਂ ਹੈ। ਉਹਨਾਂ ਦੇ ਕੋਲ ਪਸਾ ਦੇ ਦੁਆਰਾ ਯੀਸ਼ੂ ਦੇ ਮਾਂਸ ਅਤੇ ਲਹੂ ਦਾ ਵਾਅਦਾ ਨਹੀਂ ਹੈ। ਆਓ ਅਸੀਂ ਯਹੂਨਾ ਅਧਿਆਇ 6 ਵਚਨ 53 ਦੇਖੀਏ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਂ ਨਹੀਂ ਹੈ। ਯੀਸ਼ੂ ਨੇ ਆਪਣੇ ਮਾਂਸ ਅਤੇ ਲਹੂ ਨੂੰ ਸੰਕੇਤ ਕਰਦੇ ਹੋਏ ਉਹਨਾਂ ਲੋਕਾਂ ਦਾ ਵੇਰਵਾ ਦਿੱਤਾ
ਜਿਨ੍ਹਾਂ ਦੇ ਕੋਲ ਜੀਵਨ ਹੈ ਅਤੇ ਜਿਨ੍ਹਾਂ ਦੇ ਕੋਲ ਜੀਵਨ ਨਹੀਂ ਹੈ। ਵਚਨ 54, ਜੋ ਕੋਈ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਕੀ ਉਸਦਾ ਹੈ? ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ, ਕਿਉਂਕਿ ਮੇਰਾ ਮਾंस ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਯੀਸ਼ੂ ਨੇ ਕਿਹਾ, ਜੋ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਸਦੀਪਕ ਜੀਵਨ ਪਾਉਣ ਦਾ ਮਤਲਬ ਕੀ ਹੈ? ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਵਰਗ ਜਾ ਸਕਦੇ ਹੋ। ਇਹ ਸਾਡੇ ਸਵਰਗ ਵਿੱਚ ਪ੍ਰਵੇਸ਼ ਕਰਨ ਦੇ ਮਾਮਲੇ ਨਾਲ ਕਿਉਂ ਜੁੜਿਆ ਹੈ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਇਸ ਦਾ ਉੱਤਰ ਲੱਭੀਏ। ਅਧਿਆਇ 21 ਵਚਨ 1, ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ। ਨਵਾਂ ਆਕਾਸ਼ ਅਤੇ ਨਵੀਂ ਧਰਤੀ ਕਿਸ ਨੂੰ ਸੰਕੇਤ ਕਰਦੀ ਹੈ? ਸਵਰਗ ਨੂੰ। ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ। ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮੰਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ, ਪਰਮੇਸ਼ਵਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ। ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ, ਭਾਈ ਵੇਖ, ਪਰਮੇਸ਼ਵਰ ਦਾ ਡੇਰਾ ਮਨੁੱਖ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪ੍ਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ ਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਕੀ ਨਾ ਹੋਵੇਗੀ? ਮੌਤ ਨਾ ਹੋਵੇਗੀ। ਮੌਤ ਨਾ ਰਹੇਗੀ ਦਾ ਅਰਥ ਹੈ ਕਿ ਅਸੀਂ ਸਦਾ ਕਾਲ ਤੱਕ ਜਿਉਂਦੇ ਰਹਾਂਗੇ। ਨਾ ਅਗਾਹਾਂ ਨੂੰ ਮੌਤ ਹੋਵੇਗੀ, ਨਾ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਅਤੇ ਉਹ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁਝ ਨਵਾਂ ਬਣਾਉਂਦਾ। ਅਤੇ ਉਨ ਆਖਿਆ, ਲਿਖ, ਕਿਉਂ ਜੋ ਇਹ ਬਚਨ ਨੇਚਾ ਜੋਗ ਅਤੇ ਸੱਤ ਹਨ। ਸਵਰਗ ਵਿੱਚ ਮੌਤ ਨਹੀਂ ਹੈ, ਪਰ ਸਿਰਫ ਸਦੀਪਕ ਜੀਵਨ ਹੈ। ਤਦ ਕਿ ਅਸੀਂ ਸ਼ਾਰੀਰਿਕ ਅਰਥਾਤ ਨਾਸ਼ ਹੋਣ ਵਾਲੇ ਸਰੀਰ ਨੂੰ ਲੈ ਕੇ ਸਵਰਗ ਜਾ ਸਕਦੇ ਹਾਂ? ਨਹੀਂ। ਇਸ ਲਈ ਪਰਮੇਸ਼ਵਰ ਸਾਨੂੰ ਸਦੀਪਕ ਜੀਵਨ ਦੇਣ ਦੇ ਵਾਅਦੇ ਨੂੰ ਕਿਸ ਨਾਲ ਪੂਰਾ ਕਰਦੇ ਹਨ? ਉਹ ਨਵੇਂ ਨੇਮ ਪਸਾ ਦੇ ਜ਼ਰੀਏ ਸਦੀਪਕ ਜੀਵਨ ਦਾ ਵਾਅਦਾ ਪੂਰਾ ਕਰਦੇ ਹਨ। ਨਵੇਂ ਨੇਮ ਦੇ ਪਸਾ ਨਾਲ ਪਰਮੇਸ਼ਵਰ ਨੇ ਸਾਨੂੰ ਆਪਣੀ ਸੰਤਾਨ ਬਣਨ ਦਾ ਅਧਿਕਾਰ ਵੀ ਦਿੱਤਾ ਹੈ। ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਆਪਣਾ ਨਾਸ਼ ਨਾ ਹੋਣ ਵਾਲਾ ਮਾंस ਅਤੇ ਆਪਣਾ ਨਾਸ਼ ਨਾ ਹੋਣ ਵਾਲਾ ਲਹੂ ਦੇ ਕੇ ਸਦੀਪਕ ਜੀਵਨ ਦੇਣ ਦੇ ਲਈ ਨਵਾਂ ਨੇਮ ਸਥਾਪਿਤ ਕੀਤਾ ਹੈ। ਤਦ ਸਵਰਗ ਜਾਣ ਦਾ ਸਰਟੀਫਿਕੇਟ ਪਾਉਣ ਦੇ ਲਈ ਸਾਨੂੰ ਕਿਹੜਾ ਸੱਚ ਚਾਹੀਦਾ ਹੈ? ਸਾਨੂੰ ਨਵੇਂ ਨੇਮ ਦੇ ਪਸਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਨਵੇਂ ਨੇਮ ਦੇ ਪਸਾ ਬਿਨਾ ਜੋ ਕੋਈ ਇਹ ਕਹਿੰਦਾ ਹੈ ਅਸੀਂ ਸਵਰਗ ਜਾ ਸਕਦੇ ਹਾਂ, ਉਹ ਸਾਰੇ ਲੋਕ ਝੂਠੇ ਹਨ। ਪਹਿਲਾ ਯਹੂਨਾ ਵਿੱਚ ਲਿਖਿਆ ਹੈ ਕਿ ਜੋ ਕੋਈ ਕਹਿੰਦਾ ਹੈ ਮੈਂ ਉਸ ਨੂੰ ਜਾਣ ਗਿਆ ਹਾਂ ਅਤੇ ਉਸ ਦੇ ਹੁਕਮਾਂ ਨੂੰ ਨਹੀਂ ਮੰਨਦਾ, ਉਹ ਝੂਠਾ ਹੈ। ਪਹਿਲਾਂ ਦੱਸੀ ਗਈ ਕਹਾਣੀ ਵਿੱਚ ਭੈਣ ਨੇ ਸੋਚਿਆ, ਜੇਕਰ ਧਰਤੀ ਤੇ ਮੇਰੇ ਕੋਲ ਜਿੰਨਾ ਸੰਭਵ ਹੋ ਸਕੇ ਓਨੇ ਸਰਟੀਫਿਕੇਟ ਹੋਣ ਤਾਂ ਮੇਰਾ ਜੀਵਨ ਮੰਨਣ ਯੋਗ ਹੋਵੇਗਾ। ਪਰ ਜਿਵੇਂ ਉਸ ਦੇ ਪਤੀ ਨੇ ਕਿਹਾ ਸੀ ਕਿ ਉਹ ਮਰਦੇ ਸਮੇਂ ਉਹਨਾਂ ਸਰਟੀਫਿਕੇਟਾਂ ਨੂੰ ਨਹੀਂ ਲੈ ਕੇ ਜਾ ਸਕਦੀ ਹੈ ਨਾ, ਉਸ ਦੇ ਉਹਨਾਂ ਸਰਟੀਫਿਕੇਟਾਂ ਨੂੰ ਲੈ ਜਾਣ ਸਕਣ ਤੇ ਵੀ ਉਹ ਬੇਕਾਰ ਹਨ। ਆਓ ਅਸੀਂ ਇਸ ਗੱਲ ਤੇ ਦੁਬਾਰਾ ਵਿਚਾਰ ਕਰੀਏ ਅਤੇ ਪਰਮੇਸ਼ਵਰ ਦੇ ਤਿਆਰ ਕੀਤੇ ਹੋਏ ਸਵਰਗ ਜਾਣ ਦੇ ਸਰਟੀਫਿਕੇਟ ਤੇ ਧਿਆਨ ਦੇਈਏ। ਅਸੀਂ ਸਾਰਿਆਂ ਨੇ ਮਸੀਹ ਤੋਂ ਸਵਰਗ ਜਾਣ ਦਾ ਸਰਟੀਫਿਕੇਟ ਪਾਇਆ ਹੈ। ਇਸ ਲਈ ਰਸੂਲ ਪੌਲੁਸ ਨੇ ਸਵੈ ਭਰੋਸੇ ਨਾਲ ਕਿਹਾ, ਸਾਡਾ ਨਿਜ ਦੇਸ਼ ਕਿੱਥੇ ਹੈ? ਸਵਰਗ ਹੈ। ਭਾਵੇਂ ਹੀ ਹੁਣ ਅਸੀਂ ਇਸ ਧਰਤੀ ਤੇ ਜੀ ਰਹੇ ਹਾਂ, ਪਰ ਸਾਡਾ ਅਸਲੀਅਤ ਆਪਣਾ ਦੇਸ਼ ਸਵਰਗ ਹੈ। ਸਾਡੇ ਸਾਰਿਆਂ ਦੇ ਕੋਲ ਸਵਰਗ ਦਾ ਸਰਟੀਫਿਕੇਟ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਕੀਤਾ ਹੈ ਅਤੇ ਇਹ ਵੀ ਕਿ ਨਵਾਂ ਨੇਮ ਸਾਨੂੰ ਵਾਅਦੇ ਦੇ ਅਨੁਸਾਰ ਸਦੀਪਕ ਕਾਲ ਦੇ ਵਿਰਸੇ ਨੂੰ ਪ੍ਰਾਪਤ ਕਰਨ ਵਿੱਚ ਕਾਬਿਲ ਬਣਾਉਂਦਾ ਹੈ। ਮੈਂ ਇਹ ਆਸ ਕਰਦੇ ਹੋਏ
ਕਿ ਅੱਜ ਤੁਸੀਂ ਪਰਮੇਸ਼ਵਰ ਤੋਂ ਬਹੁਤ ਸਾਰੀ ਆਸ਼ੀਸ਼ ਪਾਓਗੇ। ਤੁਹਾਡੇ ਸਾਰਿਆਂ ਤੋਂ ਆਪਣੇ ਸਵਰਗ ਦੇ ਸਰਟੀਫਿਕੇਟ ਨੂੰ ਸੁਰੱਖਿਅਤ ਰੱਖਣ ਨੂੰ ਇਮਾਨਦਾਰੀ ਨਾਲ ਕਹਿੰਦਾ, ਮੈਂ ਤੁਹਾਨੂੰ ਸਾਰਿਆਂ ਨੂੰ ਸਾਨੂੰ ਨਵੇਂ ਨੇਮ ਵਿੱਚ ਲਿਆਉਣ ਦੇ ਲਈ ਆਤਮਾ ਅਤੇ ਲਾੜੀ ਅਰਥਾਤ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਬਹੁਤ ਧੰਨਵਾਦ, ਵਡਿਆਈ ਅਤੇ ਪ੍ਰਸ਼ੰਸਾ ਦੇਣ ਨੂੰ ਵੀ ਕਹਿਣਾ ਚਾਹੁੰਦਾ। ਹੁਣ ਮੈਨੂੰ ਅੱਜ ਦਾ ਉਪਦੇਸ਼ ਖਤਮ ਕਰਨ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।